ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। दोहरा हम आवत है पास तुम कहो ना खबर हम की ना। दौड़ करी तिन शेर जियो खड़ो तहा जालीना। वाहिगुरु जी का खालसा वाहिगुरु जी की फतेह। गुरु रूप गुरु प्यारी साध संगत जी वडभागी हाँ जो ऐसे दीन दयाल सतगुरां दी हजूरी दे विच रोजाना ही प्राचीन पंथ प्रकाश ग्रंथ की जो कथा है वो श्रवण करते पे हाँ। आप सब संगतां ने जो कल का प्रसंग सुनिया जो कल के दीवान लगे। कल रोज भाई बोता सिंह जी भाई गरजा सिंह जी बड़े सरलथ योधे होए ने। तकरीबन 4 महीने बीत गए। आम लोगों ने ਸਿੰਘਾਂ ਨੂੰ नगरां ਦੇ ਵਿੱਚ ਪਿੰਡਾਂ ਦੇ ਵਿੱਚ ਜਦ ਨਾ ਵੇਖਿਆ ਇਹ ਗੱਲ ਕਹਿਣ ਲੱਗੇ ਕਿ ਜਿਹੜੇ ਸਿੰਘ ਨੇ ਉਹ ਸ਼ਹੀਦ ਹੋ ਗਏ ਮਾਰ ਮੁੱਕ ਗਏ। ਉਹਨਾਂ ਦਾ ਜਿਹੜਾ ਪੂਰਾ ਫੌਜ ਹੈ ਸਰਕਾਰ ਨੇ ਖਤਮ ਕਰ ਦਿੱਤਾ। ਜ਼ਕਰੀਆ ਖਾਨ ਨੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ। ਹੁਣ ਸਿੰਘ ਸੋਚਾਂ ਦੇ ਵਿੱਚ ਹੀ ਰਹਿ ਗਏ ਨੇ। ਭਾਵ 4 ਮਹੀਨੇ ਕਿਸੇ ਨੇ ਵੇਖਿਆ ਹੀ ਨਹੀਂ ਸਿੰਘਾਂ ਨੂੰ। ਇਹ ਦੋ ਰਾਹੀ ਆਪਸ ਵਿੱਚ ਗੱਲਾਂ ਕਰਦੇ ਪਏ ਨੇ। ਇਹ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਰਾਹੀਆਂ ਨੇ ਇਹ ਬਚਨ ਭਾਈ ਬੋਤਾ ਸਿੰਘ ਜੀ ਦੇ ਕੰਨਾਂ ਵਿੱਚ ਪਏ। ਸਰੀਰ ਕੰਬ ਉੱਠਿਆ ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਆਖਣ ਲੱਗੇ ਕਿ ਕੁਝ ਅਜਿਹਾ ਕਰਨਾ ਪਵੇਗਾ ਆਪਣਾ ਆਪ ਕੁਰਬਾਨ ਕਰਨਾ ਪਵੇ ਸੀਸ ਵੀ ਲਾਉਣਾ ਪੈ ਜਾਵੇ ਤਾਂ ਲਾ ਦੇਵਾਂਗੇ। ਪਰ ਸਰਕਾਰ ਦੇ ਕੰਨੀ ਇਹ ਗੱਲ ਕੱਢ ਦੇਣੀ ਹੈ ਕਿ ਜਿਹੜੇ ਸਿੰਘ ਨੇ ਅਜੇ ਮੁੱਕੇ ਨਹੀਂ ਜਿਉਂਦੇ ਨੇ। ਜਿਉਂਦੇ ਹੀ ਨਹੀਂ ਸਗੋਂ ਸਿੰਘਾਂ ਨੇ ਤਾਂ ਰਾਜ ਵੀ ਕਾਇਮ ਕਰ ਲਿਆ। ਉਹਨਾਂ ਨੇ ਆਉਣ ਜਾਣ ਵਾਲੇ ਰਾਹੀਆਂ ਤੋਂ ਟੈਕਸ ਲੈਣਾ ਸ਼ੁਰੂ ਕੀਤਾ। ਜਿਹੜੇ ਰਾਹੀ ਸੌਦਾਗਰ ਵਪਾਰੀ ਸਨ ਉਹ ਤਾਂ ਟੈਕਸ ਦੇ ਕੇ ਲੰਘੀ ਜਾਣ ਸਰਕਾਰ ਕੋਲੋਂ ਕੋਈ ਗੱਲ ਨਾ ਕਰੇ। ਭਾਈ ਬੋਤਾ ਸਿੰਘ ਜੀ ਕਹਿਣ ਲੱਗੇ ਸਾਡਾ ਜਿਹੜਾ ਮਕਸਦ ਹੈ ਰਾਹੀਆਂ ਨੂੰ ਤੰਗ ਕਰਨਾ ਨਹੀਂ। ਸਰਕਾਰ ਤੱਕ ਜ਼ਕਰੀਆ ਖਾਨ ਤੱਕ ਸਾਡੀ ਗੱਲ ਪਹੁੰਚੀ ਅਸੀਂ ਤਾਂ ਇਹ ਟੈਕਸ ਲਾਇਆ। ਫਿਰ ਉਹਨਾਂ ਆਪ ਹੀ ਇੱਕ ਚਿੱਠੀ ਲਿਖੀ ਹੈ ਜ਼ਕਰੀਆ ਖਾਨ ਨੂੰ। ਇਸ ਤਰ੍ਹਾਂ ਦੇ ਵਿੱਚ ਬੋਲ ਲਿਖੇ ਨੇ ਕਿ ਉਹ ਤੁਰੰਤ ਹੀ ਫੌਜ ਜਿਹੜੀ ਹੈ ਉਹ ਭੇਜ ਦੇਵੇ ਨੂਰਦੀਨ ਦੀ ਸਰਾਂ ਦੇ ਕੋਲ। ਇਸੇ ਤਰ੍ਹਾਂ ਹੋਇਆ। ਚਿੱਠੀ ਪੜ੍ਹੀ ਜ਼ਕਰੀਆ ਖਾਨ ਨੇ। ਗੁੱਸੇ ਦੇ ਨਾਲ ਸੜ ਬਲ ਗਿਆ। ਉਹਨੇ ਫੌਜ ਭੇਜੀ
ਹੁਣ ਜਿਹੜਾ ਸੂਬੇਦਾਰ ਆਇਆ ਜਰਨੈਲ ਹੈ ਫੌਜ ਦਾ, ਤਕਰੀਬਨ 100 ਦੇ ਕਰੀਬ ਉਹਦੇ ਕੋਲ ਸਿਪਾਹੀ ਨੇ। ਤੇ ਆ ਕੇ ਆਖਣ ਲੱਗਾ ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ ਨੂੰ, ਤੁਸੀਂ ਐਵੇਂ ਆਪਣੀ ਜਾਨ ਕਿਉਂ ਗਵਾਉਂਦੇ ਹੋ? ਸਾਡੇ ਨਾਲ ਚੱਲੋ, ਜ਼ਕਰੀਆ ਖਾਨ ਦੇ ਨਾਲ ਤੁਹਾਡੀ ਮਸਲਾ ਕਰਾ ਦਿਆਂ, ਗੱਲਬਾਤ ਕਰਵਾ ਦਿਆਂਗਾ, ਇੱਥੇ ਲੜਨ ਦਾ ਕੋਈ ਫਾਇਦਾ ਨਹੀਂ, ਤੁਹਾਡੀ ਕਚਹਿਰੀ 'ਚ ਗੱਲ ਕਰਾ ਦਿੰਦੇ ਹਾਂ। ਭਾਈ ਬੋਤਾ ਸਿੰਘ ਜੀ ਕਹਿਣ ਲੱਗੇ, ਹੁਣ ਤਾਂ ਅਗਲੀ ਕਚਹਿਰੀ ਵਿੱਚ ਜਾ ਕੇ ਪਰਮਾਤਮਾ ਦੀ ਜਿਹੜੀ ਕਚਹਿਰੀ ਲੱਗੇਗੀ ਉੱਥੇ ਹੀ ਗੱਲਬਾਤ ਕਰਾਂਗੇ, ਤੁਹਾਡੇ ਨਾਲ ਅਸੀਂ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਨਹੀਂ ਕਰਨੀ। ਲੜਨ ਦੇ ਵਾਸਤੇ ਆਏ ਹੋ, ਸਾਡੇ ਨਾਲ ਮੁਕਾਬਲਾ ਕਰੋ, ਗੱਲਾਂ ਬਾਤਾਂ ਵਿੱਚ ਜਿਹੜਾ ਇਹ ਸਮਾਂ ਹੈ ਆਪਣਾ ਔਰ ਤੁਹਾਡਾ ਜਿਹੜਾ ਕੀਮਤੀ ਵਕਤ ਹੈ ਐਵੇਂ ਜਾਇਆ ਨਾ ਕਰੋ। ਜਿਹੜਾ ਸੂਬੇਦਾਰ ਫੌਜਦਾਰ ਹੈ ਉਹ ਹਜੇ ਵੀ ਆਖੀ ਜਾ ਰਿਹਾ ਕਿ ਨਹੀਂ ਸਾਡੇ ਨਾਲ ਚੱਲੋ, ਪਰ ਨਹੀਂ, ਸਿੰਘ ਆਖਦੇ ਨੇ ਕਿ ਅਸੀਂ ਸ਼ਹੀਦੀ ਪ੍ਰਾਪਤ ਕਰਨ ਦੇ ਵਾਸਤੇ ਆਏ ਹਾਂ। ਜਦ ਇਹ ਨਾ ਮੰਨੇ, ਭਾਈ ਬੋਤਾ ਸਿੰਘ ਜੀ ਆਪ ਹੀ ਦੌੜ ਕਰਕੇ ਉਹਨਾਂ 'ਤੇ ਵਾਰ ਕੀਤਾ ਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਮੁਕਾਬਲਾ ਕਰੋ, ਤੁਸੀਂ ਗੱਲਾਂ-ਬਾਤ ਹੀ ਕਰੀ ਜਾ ਰਹੇ ਹੋ। ਅੱਜ ਦੇ ਪ੍ਰਸੰਗ ਵਿੱਚ ਕਿਸ ਤਰ੍ਹਾਂ ਇਹਨਾਂ ਦੋ ਯੋਧਿਆਂ ਸੂਰਬੀਰਾਂ ਨੇ ਉਹਨਾਂ ਮੁਗਲ ਫੌਜਾਂ ਤੁਰਕਾਂ ਨਾਲ ਮੁਕਾਬਲਾ ਕੀਤਾ, ਆਪਣੇ ਸਿਰ ਲਾ ਦਿੱਤੇ, ਕੁਰਬਾਨੀ ਕੀਤੀ ਹੈ ਭਾਰੀ, ਔਰ ਲੋਕਾਂ ਦੇ ਔਰ ਸਰਕਾਰ ਦੇ ਕੰਨਾਂ ਵਿੱਚ ਇਹ ਕੱਢ ਦਿੱਤਾ ਕਿ ਜਿਹੜੇ ਸਿੰਘ ਨੇ ਉਹ ਮੁੱਕੇ ਨਹੀਂ, ਸਿੰਘ ਤਾਂ ਇਕੱਲਾ ਹੀ ਨਹੀਂ ਮਾਣ ਹੁੰਦਾ। ਇਹ ਦੋ ਸਿੰਘ ਯੋਧੇ, ਸਿਰਲੱਥ ਯੋਧੇ, ਕਿਸ ਤਰ੍ਹਾਂ ਇਹਨਾਂ ਨੇ ਮੁਕਾਬਲਾ ਕੀਤਾ ਅੱਜ ਦੇ ਪ੍ਰਸੰਗ ਵਿੱਚ ਇਹ ਸ਼੍ਰਵਣ ਕਰਾਂਗੇ। ਰਸਨਾ ਕਰੀਏ ਪਵਿੱਤਰ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਹਮ ਆਵਤ ਹੈ ਪਾਸ ਤੁਮ, ਕਹਿਓ ਨਾ ਖਬਰ ਹਮ ਕੀਨਾ। ਜਿਹੜੇ ਸਿੰਘ ਨੇ ਭਾਈ ਬੋਤਾ ਸਿੰਘ ਨੇ ਲਲਕਾਰ ਕੇ ਆਖਿਆ ਫੌਜਦਾਰ ਨੂੰ, ਫੇਰ ਨਾ ਆਖੀ ਤੁਹਾਡੇ ਤੇ ਅਸੀਂ ਹਮਲਾ ਕੀਤਾ, ਤਕੜੇ ਹੋ ਜਾਓ, ਅਸੀਂ ਤਾਂ ਲੜਨ ਦੇ ਵਾਸਤੇ ਤੁਹਾਡੇ ਨਾਲ ਇੱਥੇ ਖੜੇ ਹਾਂ ਸਾਹਮਣੇ, ਸਾਡੇ ਕੋਲ ਤਾਂ ਸ਼ਸਤਰ ਵੀ ਇਹ ਜਿਹੜੇ ਛੋਟੇ ਢੀਮਾਂ ਹੀ ਨੇ, ਤੁਹਾਡੇ ਕੋਲ ਨੇਜੇ, ਤਲਵਾਰਾਂ, ਤੀਰ ਕਮਾਨ, ਬੰਦੂਕਾਂ ਆਦਿਕ ਵੀ ਨੇ, ਤਕੜੇ ਹੋ ਜਾਓ। ਦੌੜ ਕਰੀ ਤਿੰਨ ਸ਼ੇਰ ਜਿਉ, ਖੜੋ ਤਹਾਂ ਜਾ ਲੀਨ। ਭਾਈ ਬੋਤਾ ਸਿੰਘ ਜੀ ਸ਼ੇਰ ਦੀ ਤਰ੍ਹਾਂ ਗਰਜੇ ਔਰ ਦੌੜ ਕਰਕੇ ਸ਼ੇਰ ਦੀ ਨਿਆਈ ਜਿਹੜੇ ਤੁਰਕ ਸਿਪਾਹੀ ਖੜੇ ਹੋਏ ਨੇ ਉਹਨਾਂ ਉੱਤੇ ਜਾ ਝਪਟੇ ਨੇ। ਚਉਪਈ ਦੌੜ ਸਿੰਘ ਤਬ ਸ਼ਸਤਰ ਚਲਾਏ। ਜਦ ਸਿੰਘ ਜੀ ਦੌੜ ਕਰਕੇ ਗਏ ਨੇ, ਇਹਨਾਂ ਦੇ ਕੋਲ ਜਿਹੜੇ ਸ਼ਸਤਰ ਨੇ, ਸੋਟਾ ਹੈ, ਉਹ ਤੁਰਕਾਂ ਦੇ ਉੱਪਰ ਜਾ ਕਰਕੇ ਚਲਾਇਆ, ਇਹਨਾਂ ਨੇ ਵਾਰ ਕੀਤਾ ਏ। ਹੱਥ ਸਿੰਘਨ ਕੇ ਤੁਰਕ ਨਾ ਆਏ। ਜਿਹੜੇ ਤੁਰਕ ਸੀ ਘੋੜਿਆਂ ਦੇ ਉੱਪਰ ਚੜ੍ਹੇ ਹੋਏ ਸੀ, ਜਦ ਵੇਖਿਆ ਕਿ ਜਿਹੜੇ ਸਿੰਘ ਨੇ ਇਹ ਦੌੜ ਕਰਕੇ ਮੁਕਾਬਲਾ ਕਰਨ ਦੇ ਵਾਸਤੇ ਆ ਗਏ, ਇਹ ਜਿਹੜੇ ਤੁਰਕ ਨੇ ਘੋੜੇ ਭਜਾ ਕੇ ਦੂਰ ਨੱਠ ਗਏ, ਸਿੰਘਾਂ ਦੇ ਨੇੜੇ ਨਹੀਂ ਆਉਂਦੇ। ਸੋਟੇ ਢੀਮ ਤਬ ਸਿੰਘਨ ਚਲਾਈ। ਜਦ ਵੇਖਿਆ ਕਿ ਇਹ ਤੁਰਕ ਅੱਗੇ ਦੌੜ ਪਏ ਨੇ, ਸਿੰਘਾਂ ਦੇ ਹੱਥ ਦੇ ਵਿੱਚ ਇਹ ਢੀਮਾਂ, ਇਹ ਰੋੜੇ ਵੱਟੇ ਆ ਗਏ। ਇਹ ਵੀ ਕਲਾ ਹੁੰਦੀ ਹੈ ਚਲਾਉਣ ਦੀ। ਇਹਨਾਂ ਸਿੰਘਾਂ ਨੇ ਘੁਮਾ ਕਰਕੇ ਉਹ ਜਿਹੜੇ ਰੋੜੇ ਢੀਮਾਂ ਚਲਾਏ ਨੇ, ਜਿਹਦੇ ਸਿਰ 'ਚ ਪੈਂਦਾ ਜਾ ਕੇ ਖੋਪਰ ਖੋਲ ਦਿੰਦਾ ਏ। ਤੁਰਕ ਸੋ ਘੋੜੇ ਗਏ ਹਲਾਈ। ਜਿਹੜੇ ਤੁਰਕ ਨੇ ਉਹ ਆਪਣੇ ਘੋੜੇ ਹਿਲਾ ਕੇ ਲੈ ਗਏ, ਭਜਾ ਕੇ ਦੂਰ ਹੋ ਗਏ ਸਿੰਘਾਂ ਤੋਂ। ਤੁਰਕ ਜਿੰਦ ਕੋ ਚਾਹੇ ਬਚਾਈ। ਜਿਹੜੇ ਤੁਰਕ ਨੇ ਇਹਨਾਂ ਸਿੰਘਾਂ ਤੋਂ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ। ਇਹ ਤਾਂ ਬੜੇ ਨਿਡਰ ਨੇ, ਇਹਨਾਂ ਨੂੰ ਮੌਤ ਦਾ ਭੈ ਨਹੀਂ ਸਿੰਘਾਂ ਨੂੰ, ਪਰ ਇੱਕ ਦੂਜੇ ਨੂੰ ਆਖਦਾ ਹੈ ਇਹਨਾਂ ਤੋਂ ਬਚ ਕੇ ਰਹੋ, ਕਿਤੇ ਸਾਨੂੰ ਨਾ ਮਾਰ ਲੈਣ। ਸਿੰਘਨ ਚਿੰਤਾ ਜਿੰਦ ਨਾ ਕਾਈ। ਇਹਨਾਂ ਦੋਹਾਂ ਸਿੰਘਾਂ ਨੂੰ ਚਿੰਤਾ ਹੀ ਨਹੀਂ ਹੈ ਕਿ ਸਾਡੀ ਜਾਨ ਚਲੀ ਜਾਣੀ ਹੈ। ਇਹਨਾਂ ਦੇ ਅੰਦਰ ਜਿਹੜਾ ਧਰਮ ਯੁੱਧ ਦਾ ਚਾਅ ਹੈ ਉਹ ਠਾਠਾ ਮਾਰਦਾ ਪਿਆ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ। ਖੇਡ ਜੋ ਮਾਂਡਿਓ ਸੂਰਮਾ,
ਅਬ ਜੂਝਨ ਕੋ ਦਾਓ। ਸਿੰਘ ਜੀ ਮੈਦਾਨ ਵਿੱਚ ਖੜੇ ਹੋਏ ਨੇ। ਜਿੱਧਰੋਂ ਸ਼ਸਤਰ ਤੁਰਕਨ ਆਵੈ। ਜਿਹੜੇ ਤੁਰਕਾਂ ਦੇ ਸ਼ਸਤਰ ਨੇ, ਤੀਰ ਆਉਂਦੇ ਤੁਰਕਾਂ ਦੇ, ਬੰਦੂਕਾਂ ਚਲਾਉਂਦੇ ਨੇ, ਜਿਹੜੇ ਪਾਸਿਓਂ ਵੀ ਇਹ ਸ਼ਸਤਰ ਆਉਂਦੇ ਨੇ, ਸਿੰਘ ਸੋ ਦੌੜ ਉਤਾਂ ਵੱਲ ਧਾਵੈ। ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ ਸ਼ਸਤਰਾਂ ਤੋਂ ਦੌੜ ਕੇ ਪਾਸੇ ਨਹੀਂ ਹਟਦੇ, ਸਗੋਂ ਸਾਹਮਣੇ ਜਾ ਖਲੋਂਦੇ ਨੇ ਇਹਨਾਂ ਸ਼ਸਤਰਾਂ ਦੇ ਅੱਗੇ। ਪਹੁੰਚ ਸੋ ਤੁਰਕਨ ਸ਼ਸਤਰ ਲਗਾਵੈ। ਉਹ ਜਿਹੜੇ ਇਹ ਤੁਰਕ ਸ਼ਸਤਰ ਚਲਾਉਂਦੇ ਨੇ, ਇਹਨਾਂ ਸ਼ਸਤਰਾਂ ਤੋਂ ਬਚਦੇ ਨਹੀਂ, ਸਗੋਂ ਜਿਹੜਾ ਇਹ ਸ਼ਸਤਰ ਚਲਾ ਰਿਹਾ ਤੁਰਕ, ਇਹ ਦੌੜ ਕਰਕੇ ਉਹਦੇ ਉੱਪਰ ਹਮਲਾ ਕਰ ਦਿੰਦੇ ਨੇ। ਆਪਣੇ ਨਹਾ ਸਰੀਰ ਬਚਾਵੈ। ਪਰ ਆਪਣੇ ਸਰੀਰ ਨੂੰ ਬਚਾਉਂਦੇ ਨਹੀਂ ਇਹਨਾਂ ਸ਼ਸਤਰਾਂ ਤੋਂ, ਕਿਤੇ ਸਾਨੂੰ ਸੱਟ ਨਾ ਲੱਗ ਜਾਵੇ, ਇਸ ਤਰ੍ਹਾਂ ਦਾ ਕੋਈ ਵੀ ਖਿਆਲ ਨਹੀਂ ਕਰਦੇ। ਤੁਰਕਣ ਤੇ ਨਿਜ ਸਰੀਰ ਚਰਾਵੈ। ਇਹ ਜਿਹੜੇ ਤੁਰਕ ਦੂਰੋਂ ਦੂਰੋਂ ਤੀਰ ਚਲਾਉਂਦੇ ਨੇ ਖੜ ਕੇ, ਗੋਲੀਆਂ ਮਾਰਦੇ ਨੇ, ਉਹਨਾਂ ਦੇ ਜਿਹੜੇ ਸ਼ਸਤਰ ਨੇ, ਇਹ ਤੀਰ, ਇਹ ਬੰਦੂਕਾਂ ਆਪਣੇ ਸਰੀਰ ਉੱਪਰ ਝੱਲਦੇ ਨੇ, ਆਪਣੇ ਸਰੀਰ ਨੂੰ ਜ਼ਖਮੀ ਕਰਵਾਉਂਦੇ ਪਏ ਨੇ। ਲੱਗਾ ਸ਼ਸਤਰ ਤਨ ਖੁਸ਼ੀਆਂ ਆਵੈ। ਜਿਵੇਂ ਜਿਵੇਂ ਸਰੀਰ ਦੇ ਉੱਪਰ ਇਹ ਜ਼ਖਮ ਲੱਗਦੇ ਪਏ ਨੇ, ਸ਼ਸਤਰਾਂ ਦੀ ਜਿਹੜੀ ਚੋਟ ਹੈ ਸਰੀਰ ਉੱਪਰ ਆਉਂਦੀ ਪਈ ਹੈ, ਸਿੰਘ ਖੁਸ਼ੀਆਂ ਮਨਾਉਂਦੇ ਨੇ। ਅੱਖਾਂ ਵਿੱਚ ਲਾਲੀ ਭਖਦੀ ਪਈ ਹੈ, ਨੂਰ ਆ ਰਿਹਾ ਚਿਹਰੇ ਤੇ। ਸੌਂਚੀ ਖੇਲ ਖੇਲਾ ਜਨ ਸਿੰਘ। ਸੌਂਚੀ ਖੇਲ, ਜਿਵੇਂ ਖਿਡਾਰੀ ਕਬੱਡੀ ਦੀ ਖੇਡ ਖੇਡਦੇ ਨੇ, ਉਹ ਜਿਹੜਾ ਜੱਫਾ ਪਾ ਲੈਣ ਬਾਅਦ ਵਿੱਚ ਉਹਨੂੰ ਵਾਪਸ ਨਹੀਂ ਜਾਣ ਦਿੰਦੇ, ਸਾਰੇ ਘੇਰ ਕੇ ਖੜ ਜਾਂਦੇ ਨੇ। ਉਸੇ ਤਰ੍ਹਾਂ ਇਹ ਸਿੰਘ ਵੀ ਖੇਡ ਦੀ ਤਰ੍ਹਾਂ ਤੁਰਕਾਂ ਨੂੰ ਦਬੋਚਦੇ ਪਏ ਨੇ। ਭਰਾਂ ਛੋਟੀ ਕੱਤ ਲੰਬੀ ਡਿੰਗ। ਜਿਹੜਾ ਇਹਨਾਂ ਦੇ ਲੜਨ ਦਾ ਤਰੀਕਾ ਹੈ ਸਿੰਘਾਂ ਦਾ, ਵੇਖੋ ਕਿਸ ਤਰ੍ਹਾਂ ਦਾ। ਭਰਾਂ ਛੋਟੀ ਕੱਤ ਲੰਬੀ ਡਿੰਗ। ਕਦੇ ਛੋਟੀ ਕਦਮ ਪੱਟ ਕੇ ਅੱਗੇ ਪਿੱਛੇ ਹੋ ਕੇ ਲੜਦੇ ਨੇ, ਕਦੀ ਵੱਡੀਆਂ ਵੱਡੀਆਂ ਪਲਾਂਘਾਂ ਛਾਲਾਂ ਮਾਰ ਮਾਰ ਕੇ ਸਿੰਘ ਤੁਰਕਾਂ ਦੇ ਉੱਪਰ ਹਮਲੇ ਕਰਦੇ ਪਏ ਨੇ। ਤੁਰਕ ਵੀ ਹੱਲਾ ਕਰ ਕਰ ਮਾਰੈ। ਤੁਰਕ ਵੀ ਬੜੇ ਬਹਾਦਰ ਨੇ, ਉਹ ਵੀ ਉੱਧਰੋਂ ਹੱਲਾ ਕਰਦੇ ਨੇ, ਮੁਕਾਬਲਾ ਕਰਦੇ ਨੇ, ਸ਼ਸਤਰ ਖਿੱਚ ਖਿੱਚ ਕੇ ਮਾਰਦੇ ਪਏ ਨੇ। ਮਾਰ ਘੋੜਨ ਚਾਹੇ ਫੇਟਣ ਡਾਰੈ। ਜਿਹੜੇ ਤੁਰਕ ਨੇ ਉਹ ਚਾਹੁੰਦੇ ਨੇ ਕਿ ਘੋੜਿਆਂ ਦੀਆਂ ਫੇਟਾਂ ਦੇ ਨਾਲ ਘੋੜਿਆਂ ਦੀ ਸੱਟ ਮਾਰ ਕੇ ਇਹਨਾਂ ਸਿੰਘਾਂ ਨੂੰ ਡੇਗ ਲਿਆ ਜਾਵੇ। ਦੋਹਰਾ ਸਿੰਘ ਉੱਠਾ ਕਬ ਗਿਰ ਪੜੈ, ਕਬ ਫਿਰ ਜਾਹੇ ਖਲੋਏ। ਇਹ ਜਿਹੜੇ ਤੁਰਕ ਨੇ ਘੋੜੀਆਂ ਦੀਆਂ ਫੇਟਾਂ ਦੇ ਨਾਲ ਸਿੰਘਾਂ ਨੂੰ ਡੇਗ ਤਾਂ ਲੈਂਦੇ ਨੇ, ਪਰ ਇੰਨੇ ਫਰਤੀਲੇ ਨੇ ਇਹ ਦੋਵੇਂ ਯੋਧੇ, ਪਤਾ ਹੀ ਨਹੀਂ ਲੱਗਦਾ ਕਦੋਂ ਡਿੱਗੇ ਨੇ, ਔਰ ਫਿਰ ਜਾ ਕਰਕੇ ਖਲੋ ਕੇ ਉਹਨਾਂ ਦੇ ਸਾਹਮਣੇ ਖਲੋ ਜਾਂਦੇ ਨੇ ਕਿ ਆਓ ਸਾਡੇ ਨਾਲ ਮੁਕਾਬਲਾ ਕਰੋ। ਤੁਰਕਣ ਕੇ ਹੱਥ ਸ਼ਸਤਰਨ ਲੱਖ, ਸਿੰਘ ਖਾਲੀ ਡਰੈ ਨਾ ਤੋਏ। ਜਿਹੜੇ ਤੁਰਕ ਨੇ ਉਹਨਾਂ ਦੀ ਗਿਣਤੀ ਵੀ ਜ਼ਿਆਦੀ ਹੈ, ਹੱਥਾਂ ਦੇ ਵਿੱਚ ਜਿਹੜੇ ਸ਼ਸਤਰ ਨੇ ਉਹ ਵੀ ਬੜੇ ਵੱਡੇ ਵੱਡੇ ਉਹਨਾਂ ਨੇ ਫੜੇ ਹੋਏ ਨੇ, ਪਰ ਸਿੰਘਾਂ ਦੇ ਕੋਲ ਕੇਵਲ ਤੇ ਕੇਵਲ ਇੱਕ ਡਾਂਗ ਹੈ, ਤਾਂ ਵੀ ਨਹੀਂ ਡਰਦੇ ਪਏ। ਚੌਪਈ ਸਿੰਘ ਕਰਨ ਹੈ ਜਾਨ ਪਿਆਰੀ। ਸਿੰਘ ਆਪਣੀ ਜਾਨ ਨਹੀਂ ਬਚਾਉਣਾ ਚਾਹੁੰਦੇ, ਉਹ ਆਪਣੇ ਆਪ ਦਾ ਬਚਾਅ ਨਹੀਂ ਕਰਦੇ। ਡਰੈ ਨਾ ਤੁਰਕ ਬਿਨ ਸ਼ਸਤਰ ਵਿਚਾਰੀ। ਆਪਣੇ ਮਨ ਵਿੱਚ ਇਹ ਵਿਚਾਰ ਕਰਦੇ ਨੇ ਕਿ ਸ਼ਸਤਰਾਂ ਤੋਂ ਬਿਨਾਂ ਜੇ ਸ਼ਸਤਰਹੀਣ ਇਹ ਜਿਹੜੇ ਸਿੰਘ ਨੇ, ਤੁਰਕ ਮਨ 'ਚ ਵਿਚਾਰ ਕਰਦੇ ਨੇ ਕਿ ਇਹਨਾਂ ਦੇ ਕੋਲ ਸ਼ਸਤਰ ਵੀ ਨਹੀਂ, ਤਾਂ ਵੀ ਸਾਡੇ ਨਾਲ ਇਹ ਮੁਕਾਬਲਾ ਡਟ ਕੇ ਕਰਦੇ ਪਏ ਨੇ, ਸਾਡੇ ਹੱਥ ਨਹੀਂ ਆ ਰਹੇ। ਜੇ ਇਹਨਾਂ ਦੇ ਕੋਲ ਸ਼ਸਤਰ ਹੁੰਦੇ ਤਾਂ ਸਾਡਾ ਕੀ ਬਣਦਾ, ਇਹ ਸੋਚ ਕੇ ਜਿਹੜੇ ਤੁਰਕ ਨੇ ਉਹ ਡਰੇ ਪਏ ਨੇ। ਦੋਨੋਂ ਕੇ ਦਿਲ ਬੜੇ ਹੁਲਾਸ। ਜਿਹੜੇ ਸਿੰਘ ਨੇ ਦੋਨੋਂ ਸਿੰਘ, ਇਹਨਾਂ ਦੋਵਾਂ ਦੇ ਮਨ ਦੇ ਵਿੱਚ ਜਿਹੜਾ ਚਾਅ ਹੈ, ਸ਼ਹੀਦ ਹੋਣ ਦਾ ਚਾਅ, ਹੁਲਾਸ ਹੈ ਜਿਹੜਾ, ਉਹ ਉਤਸ਼ਾਹ ਵੱਧ ਗਿਆ। ਬੜਾ ਉਤਸ਼ਾਹ ਹੈ ਕਿ ਅਸੀਂ ਅੱਜ ਸ਼ਹੀਦੀ ਪ੍ਰਾਪਤ ਕਰ ਜਾਣੀ ਹੈ। ਲੱਖ ਖਾਲੀ ਉਨ ਮਰਨ ਪਿਆਸ। ਇਹ ਜਿਹੜੇ ਸਿੰਘ ਨੇ ਦੋਵੇਂ ਲੜਦੇ ਪਏ ਨੇ, ਜ਼ੋਰਦਾਰ ਮੁਕਾਬਲਾ ਹੋ ਰਿਹਾ, ਬੜੇ ਡਾਢੇ ਹੋ ਕੇ ਲੜਦੇ ਪਏ ਨੇ। ਇਹਨਾਂ ਸਿੰਘਾਂ ਦੇ ਮਨ ਦੇ ਵਿੱਚ ਮਰਨ ਦੀ ਜਿਹੜੀ ਪਿਆਸ ਲੱਗੀ ਹੋਈ ਹੈ,
ਕਦ ਇਹ ਜਿਹੜੇ ਸ਼ਸਤਰ ਨੇ ਸਾਨੂੰ ਲੱਗਣ, ਅਸੀਂ ਇੱਥੋਂ ਸ਼ਹੀਦ ਹੋ ਕੇ ਚਲੇ ਜਾਈਏ। ਦੋਹਰਾ ਚਾਮ ਮਾਸ ਸ਼ਸਤਰ ਲੱਗੈ, ਤਉ ਸਿੰਘ ਮਾਨੈ ਨਾਹੀ। ਜਿਹੜੇ ਤੁਰਕਾਂ ਦੇ ਸ਼ਸਤਰ ਨੇ, ਤੀਰ ਤਲਵਾਰ, ਜਦੋਂ ਸਿੰਘਾਂ ਨੂੰ ਆ ਕਰਕੇ ਵੱਜਦੇ ਨੇ ਆਪਣਾ ਬਚਾਅ ਨਹੀਂ ਕਰਦੇ, ਉਹ ਤਕਲੀਫ ਨਹੀਂ ਮੰਨਦੇ ਇਹਨਾਂ ਸ਼ਸਤਰਾਂ ਦੀ। ਉਹਨਾਂ ਦੇ ਜਿਹੜੇ ਸਰੀਰ ਨੇ ਬੜੇ ਬਲਵਾਨ ਹੋਏ ਨੇ ਸਿੰਘਾਂ ਦੇ, ਦਰਦ ਨਹੀਂ ਮਹਿਸੂਸ ਕਰਦੇ ਕਿਸੇ ਵੀ ਸ਼ਸਤਰ ਲੱਗੇ ਦਾ। ਹੱਡ ਲੱਗੈ ਤਬ ਬਲ ਘਟੈ, ਤਉ ਸਿੰਘ ਕੱਛ ਕੋ ਥਕਾਹੀ। ਜਦੋਂ ਕਿਸੇ ਸਰੀਰ ਦੇ ਉੱਪਰ ਸੱਟ ਲੱਗਦੀ, ਤਲਵਾਰ ਦਾ ਜ਼ੋਰ ਵਾਰ ਆਵੇ, ਤਾਂ ਸਿੰਘ ਜਿਹੜੇ ਥੋੜ੍ਹੀ ਜਿਹੀ ਥਕਾਵਟ ਜ਼ਰੂਰ ਮਹਿਸੂਸ ਕਰਦੇ ਨੇ, ਕਿਉਂਕਿ ਹੱਡ ਦੇ ਉੱਪਰ ਸੱਟ ਲੱਗੇ, ਹੱਡੀ ਦੇ ਉੱਪਰ ਸੱਟ ਲੱਗ ਜਾਵੇ ਦਰਦ ਬਹੁਤ ਹੁੰਦਾ। ਪਰ ਫਿਰ ਵੀ ਇੱਕਦਮ ਥੋੜ੍ਹਾ ਚਿਰ ਰੁਕ ਕਰਕੇ ਛਿਨ ਪਲ ਦੇ ਵਿੱਚ ਖਿੰਨ ਮਾਤਰੀ ਫਿਰ ਤਿਆਰ ਹੋ ਜਾਂਦੇ ਲੜਨ ਦੇ ਵਾਸਤੇ। ਚੌਪਈ ਤੀਰ ਲੱਗੈ ਸਿੰਘ ਪੱਟ ਸਿੱਟਾ ਮੈਂ। ਜਿਹੜੇ ਤੁਰਕ ਨੇ ਉਹ ਸਿੰਘਾਂ ਨੂੰ ਤੀਰ ਤਾਂ ਮਾਰਦੇ ਪਏ ਨੇ, ਉਹ ਤੀਰ ਸਿੰਘਾਂ ਦੇ ਪੱਟ ਵਿੱਚ ਵੀ ਖੁੱਭ ਜਾਂਦੇ ਆ ਕੇ। ਜਿਹੜੇ ਸਿੰਘ ਜੀ ਨੇ, ਦੋਵੇਂ ਸਿੰਘ, ਇਹ ਪੱਟ ਕੇ ਸੁੱਟ ਦਿੰਦੇ ਨੇ ਉਹਨਾਂ ਤੀਰਾਂ ਨੂੰ। ਤੁਰਕਨ ਕੋ ਸੋ ਅੱਖੀਂ ਦਿਖਾਵੈ। ਤੁਰਕਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਦੋਵੇਂ ਸਿੰਘ, ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ, ਤੀਰ ਨੂੰ ਪੱਟ ਕੇ ਸੁੱਟ ਦਿੰਦੇ ਨੇ। ਸਿੰਘ ਕਹੈ ਤ੍ਰਿਗ ਤੁਮਰੇ ਤੀਰ। ਉਹ ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ ਜੀ, ਇਹ ਦੋਵੇਂ ਸਿੰਘ ਤੁਰਕਾਂ ਦੇ ਵੱਲੋਂ ਜਿਹੜਾ ਤੀਰ ਚਲਾ ਰਿਹਾ ਹੈ, ਨਿਸ਼ਾਨਚੀ ਹੈ, ਜਿਹੜਾ ਤੀਰ ਅੰਦਾਜ਼ ਹੈ, ਉਹਨੂੰ ਲਾਹਨਤਾਂ ਪਾਉਂਦੇ ਨੇ ਕਿ ਤੇਰੇ ਤੀਰ ਚਲਾਉਣ ਦੇ ਉੱਤੇ ਲੱਖ ਲਾਹਨਤ ਹੈ। ਕਿਉਂ? ਤੇਰਾ ਜਿਹੜਾ ਤੀਰ ਹੈ ਸਾਡੇ ਸਰੀਰ ਨੂੰ ਆਰ ਪਾਰ ਨਹੀਂ ਕਰ ਸਕਿਆ, ਇਹ ਤਾਂ ਉੱਤੇ ਹੀ ਰਹਿ ਗਿਆ, ਅਸੀਂ ਝੱਟ ਦੇ ਨਹੀਂ ਪੱਟ ਕੇ ਇਹ ਸੁੱਟ ਦਿੱਤਾ ਏ। ਕਿਤੇ ਇਹ ਤੀਰ ਨਿਸ਼ਾਨ, ਇਹ ਕਮਾਨ ਸਾਡੇ ਕੋਲ ਹੁੰਦਾ ਤੈਨੂੰ ਦੱਸ ਦੇ, ਇਹ ਤੀਰ ਤੇਰੀ ਛਾਤੀ ਨੂੰ ਵਿੰਨ ਕੇ ਦਸਾਂ ਨੂੰ ਹੋਰ ਲੈ ਮਰਨਾ ਸੀ ਸਾਡੇ, ਜੇ ਅਸੀਂ ਤੀਰ ਚਲਾਉਂਦੇ। ਲੱਖ ਲਾਹਨਤ ਹੈ ਤੇਰੇ ਤੀਰ ਚਲਾਉਣ ਦੇ ਉੱਤੇ। ਹਮਰੋ ਚੀਰ ਨਾ ਸਕੈ ਸਰੀਰਾ। ਤੇਰੇ ਤੀਰ ਦੇ ਵਿੱਚ ਬਾਲੀ ਨਹੀਂ ਹੈ, ਸਾਡੇ ਸਰੀਰ ਨੂੰ ਵੀ ਚੀਰ ਨਹੀਂ ਸਕਿਆ। ਤਬ ਲਾਗੇ ਤਲਵਾਰ ਚਲਾਨ। ਜਿਹੜੇ ਤੁਰਕ ਨੇ, ਇਹਨਾਂ ਨੇ ਆਪਣੀਆਂ ਮਿਆਨਾਂ 'ਚ ਤਲਵਾਰਾਂ ਕੱਢੀਆਂ ਨੇ, ਉਹ ਵੀ ਸਿੰਘਾਂ ਦੇ ਉੱਪਰ ਤਲਵਾਰ ਦੇ ਜਿਹੜੇ ਵਾਰ ਕਰਨ ਲੱਗੇ ਨੇ। ਸਿੰਘ ਸੋਟੋਂ ਸੋ ਰੋਕੈ ਤਾਨ। ਤੁਰਕਾਂ ਦੇ ਕੋਲ ਤਲਵਾਰਾਂ ਨੇ, ਸਿੰਘਾਂ ਨੇ ਉਹ ਤਲਵਾਰਾਂ ਦੇ ਵਾਲ ਆਪਣੀਆਂ ਡਾਂਗਾਂ ਦੇ ਉੱਪਰ ਰੋਕੇ ਨੇ। ਜਿਸ ਦੇ ਕੋਲ ਡਾਂਗ ਹੋਵੇ ਨਾ, ਉਹ ਤਲਵਾਰ ਵਾਲੇ ਦੇ ਉੱਪਰ ਹਮੇਸ਼ਾ ਭਾਰੀ ਪੈ ਜਾਂਦਾ ਏ, ਕਿਉਂਕਿ ਜਿਹੜੀ ਡਾਂਗ ਹੈ ਇਹ ਲੰਬੀ ਹੁੰਦੀ ਹੈ। ਤਲਵਾਰ ਟੁੱਟ ਵੀ ਸਕਦੀ ਹੈ, ਮੁੜ ਵੀ ਸਕਦੀ ਹੈ। ਜਿਹੜੇ ਸਿੰਘ ਨੇ, ਇਹਨਾਂ ਨੇ ਇਹ ਛੋਟੇ ਡਾਂਗਾਂ ਵਧੀਆ ਘੜ ਕੇ ਰੱਖੇ ਹੋਏ ਹਨ ਆਪਣੇ ਕੋਲ। ਇਹਨਾਂ ਤਲਵਾਰ ਵਾਲਿਆਂ ਨੂੰ ਜਿਹੜੇ ਸਿੰਘ ਨੇ ਗੱਤਕਾ ਖੇਡਦੇ ਹੋਏ ਲਾਗੇ ਨਹੀਂ ਆਉਣ ਦਿੰਦੇ। ਦੋਵਨ ਸਿੰਘਨ ਲਈ ਪਿੱਠ ਜੋੜ। ਦੋਵਾਂ ਸਿੰਘਾਂ ਨੇ ਹੱਥ ਦੇ ਵਿੱਚ ਤਲਵਾਰਾਂ, ਉਹ ਸੋਟੇ ਫੜ ਕੇ, ਡਾਂਗਾਂ ਫੜ ਕੇ ਆਪਣੀਆਂ ਪਿੱਠਾਂ ਜੋੜਦੀਆਂ ਇੱਕ ਦੂਜੇ ਦੇ ਨਾਲ। ਦੋਵਾਂ ਪਾਸਿਓਂ ਤੋਂ ਘੇਰਾ ਪਿਆ ਹੋਇਆ ਫੌਜ ਦਾ, ਔਰ ਦੋਹੀਂ ਪਾਸਿਓਂ ਤੋਂ ਪਿੱਠਾਂ ਜੋੜ ਕੇ ਇਹ ਮੁਕਾਬਲਾ ਕਰਦੇ ਨੇ, ਲਾਗੇ ਨਹੀਂ ਆਉਣ ਦਿੰਦੇ। ਸੋਟਣ ਸੌਂਦੇ ਘੋੜੇ ਮੋੜ। ਜਿਹੜੇ ਤੁਰਕ ਨੇ ਘੋੜਿਆਂ 'ਤੇ ਚੜ੍ਹੇ ਹੋਏ ਨੇ, ਸੋਚਦੇ ਨੇ ਕਿ ਘੋੜਿਆਂ ਦੀਆਂ ਫੇਟਾਂ ਦੇ ਨਾਲ, ਸੱਟਾਂ ਦੇ ਨਾਲ ਸਿੰਘਾਂ ਨੂੰ ਡੇਗ ਲਈਏ। ਪਰ ਜਿਹੜੇ ਸਿੰਘ ਨੇ, ਇਹ ਘੋੜਿਆਂ ਦੀਆਂ ਲੱਤਾਂ ਦੇ ਉੱਪਰ ਐਡੀ ਜ਼ੋਰਦਾਰ ਡਾਂਗ ਮਾਰਦੇ ਨੇ ਘੁਮਾ ਕੇ ਕਿ ਜਿਹੜਾ ਘੋੜਾ ਉਹ ਅੱਗੋਂ ਥੱਲੇ ਡਿੱਗ ਜਾਂਦਾ ਹੈ। ਜਿਹੜਾ ਉੱਪਰਲਾ ਘੋੜ ਸਵਾਰ ਹੈ ਉਹ ਵੀ ਘੋੜੇ ਤੋਂ ਥੱਲੇ ਡਿੱਗ ਜਾਂਦਾ, ਔਰ ਘੁਮਾ ਕਰਕੇ ਉਹਦੇ ਸਿਰ ਦੇ ਵਿੱਚ ਡਾਂਗ ਮਾਰਦੇ ਨੇ, ਉਹਨੂੰ ਉੱਥੇ ਚਿੱਤ ਕਰ ਦਿੰਦੇ। ਜਦ ਘੋੜਿਆਂ ਦੇ ਡਾਂਗਾਂ ਵੱਜੀਆਂ, ਹੁਣ ਘੋੜੇ ਵੀ ਮੂੰਹ ਨਹੀਂ ਕਰਦੇ ਸਿੰਘਾਂ ਵੱਲ ਨੂੰ। ਦੋਹਰਾ ਘੋੜੇ ਛੱਡ ਪਿਆਦੇ ਭਏ, ਡਾਹਾਂ ਆਗਾ ਢਾਲ। ਜਦ ਵੇਖਿਆ ਕਿ ਘੋੜੇ ਤਾਂ ਲਾਗੇ ਨਹੀਂ ਲੱਗਣ ਦਿੰਦੇ ਸਿੰਘ, ਫਿਰ ਇਹ ਜਿਹੜੇ ਤੁਰਕ ਨੇ ਘੋੜਿਆਂ ਤੋਂ ਉਤਰ ਕੇ ਪੈਦਲ ਹੋ ਗਏ ਸਿੰਘਾਂ ਦੇ ਨਾਲ ਲੜਨ ਵਾਸਤੇ। ਹੱਥਾਂ ਦੇ ਵਿੱਚ ਇਹਨਾਂ ਢਾਲਾਂ ਫੜੀਆਂ ਹੋਈਆਂ ਨੇ, ਢਾਲ ਅੱਗੇ ਕਰ ਦਿੱਤੀ ਆਪਣੇ ਬਚਾਅ ਦੇ ਵਾਸਤੇ। ਸੋਟਣ ਸੋ ਉਨ ਢਾਲ ਕੋ ਕੀਨੋ ਬੁਰੋ ਹਵਾਲ। ਸਿੰਘਾਂ ਨੇ ਢਾਲਾਂ ਦੇ ਉੱਪਰ ਸੋਟੇ ਸਲੋਤਰ ਮਾਰ ਮਾਰ ਕੇ ਉਹਨਾਂ ਢਾਲਾਂ ਦਾ ਬੁਰਾ ਹਾਲ ਕਰ ਦਿੱਤਾ। ਇੰਨੀ ਜ਼ੋਰਦਾਰ ਡਾਂਗ ਸਿੰਘਾਂ ਨੇ ਉਹਨਾਂ ਢਾਲਾਂ ਦੇ ਉੱਪਰ ਫੇਰੀ ਹੈ। ਚੌਪਈ ਤੋ ਤੁਰਕਣ ਨੈ ਮਾਨੀਅਨ। ਹੁਣ ਤੁਰਕਾਂ ਨੇ ਆਪਣੀ ਈਣ ਮੰਨ ਲਈ ਹੈ ਕਿ
ਇਹ ਨਹੀਂ ਮਰਦੇ। ਬੇਸ਼ੱਕ ਦੋ ਹੀ ਨੇ ਸਿੰਘ, ਪਰ ਇਹ ਸਾਡੇ ਕੋਲ ਮਰਦੇ ਨਹੀਂ ਇਹ ਦੋਹੇ। ਇਹਨਾਂ ਕੋਲ ਅਸੀਂ ਆਪਣੀ ਏੜ ਨਹੀਂ ਮਨਵਾ ਸਕਦੇ। ਸਿੰਘਨ ਪਰ ਨਾ ਪਾਵੈ ਤਾਨ, ਸਿੰਘਾਂ ਦੇ ਉੱਪਰ ਤੁਰਕਾਂ ਦਾ ਕੋਈ ਜ਼ੋਰ ਨਹੀਂ ਪੈ ਰਿਹਾ। ਉਹਨਾਂ ਨੇ ਆਪਣੀ ਜਿੰਨੀ ਵੀ ਤਾਕਤ ਅਜਮਾਈ ਹੈ ਸਾਰੀ ਵਿਅਰਥ ਚਲੀ ਗਈ ਹੈ। ਤਉ ਤੁਰਕਨ ਬੰਦੂਕ ਸੰਭਾਰੀ, ਜਦ ਵੇਖਿਆ ਕਿ ਇਹ ਜਿਹੜੇ ਦੋਹੇ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕਾਬੂ ਵਿੱਚ ਨਹੀਂ ਆ ਰਹੇ, ਇਹਨਾਂ ਦੇ ਨਾਲ ਜਿਹੜਾ ਸਾਡਾ ਮੁਕਾਬਲਾ ਉਹ ਨਹੀਂ ਹੋ ਸਕਦਾ। ਫਿਰ ਕੀ ਕੀਤਾ ਜਾਵੇ? ਆਖਣ ਲੱਗੇ ਹੁਣ ਤਾਂ ਇੱਕੋ ਹੀ ਤਰੀਕਾ ਰਹਿ ਗਿਆ ਕਿ ਦੂਰ ਖੜ ਕੇ ਵਾਰ ਕੀਤਾ ਜਾਵੇ। ਜੇ ਕੋਲ ਗਏ ਅਸੀਂ ਜਿੱਤ ਨਹੀਂ ਸਕਦੇ ਇਹਨਾਂ ਦੋਹਾਂ ਤੋਂ। ਤਉ ਤੁਰਕਨ ਬੰਦੂਕ ਸੰਭਾਰੀ, ਫਿਰ ਇਹਨਾਂ ਤੁਰਕਾਂ ਨੇ ਆਪਣੀਆਂ ਬੰਦੂਕਾਂ ਸੰਭਾਲੀਆਂ। ਦੂਰੋਂ ਖੜ ਕੇ ਸਿੰਘਾਂ ਦੇ ਉੱਪਰ ਬੰਦੂਕ ਦੇ ਜਿਹੜੇ ਫਾਇਰ ਨੇ ਉਹ ਕਰਨ ਲੱਗੇ ਨੇ। ਲਾਵੈ ਸਿੰਘਨ ਗੋਲੀ ਭਾਰੀ, ਬੰਦੂਕਾਂ ਦੀਆਂ ਜਿਹੜੀਆਂ ਨਾਲੀਆਂ ਨੇ ਗੋਲੀਆਂ ਦੇ ਨਾਲ ਭਰ ਭਰ ਕੇ ਬੰਦੂਕਾਂ ਨੂੰ ਸਿੰਘਾਂ ਦੇ ਉੱਪਰ ਨਿਸ਼ਾਨੇ ਬੰਨ੍ਹ ਕੇ ਲੱਗੇ ਨੇ ਲਾਉਣ। ਸਿੰਘਾਂ ਦੇ ਹੱਥਾਂ ਦੇ ਉੱਪਰ ਨਿਸ਼ਾਨੇ ਬੰਨ੍ਹ ਕੇ ਇਹ ਗੋਲੀਆਂ ਲੱਗੇ ਨੇ ਚਲਾਉਣ। ਜਹਾਂ ਲੱਗਾ ਹੱਡ ਦੇਵੈ ਤੋੜ, ਗੋਲੀ ਜਿਹੜੀ ਬੜੀ ਜ਼ੋਰਦਾਰ ਹੁੰਦੀ ਹੈ। ਦੋਹਰੇ ਨਿਸ਼ਾਨੇ ਬੰਨ੍ਹ ਕੇ ਇਹ ਤੁਰਕ ਚਲਾਉਂਦੇ ਨੇ। ਹਾਲਾਂਕਿ ਜਿਹੜੇ ਸਿੰਘ ਨੇ ਉਹ ਛਾਲਾਂ ਮਾਰ ਮਾਰ ਕੇ ਲੜਾਈ ਕਰਦੇ ਨੇ, ਇਹਨਾਂ ਦਾ ਨਿਸ਼ਾਨਾ ਛੇਤੀ ਲੱਗਦਾ ਨਹੀਂ ਪਿਆ ਤੁਰਕਾਂ ਦਾ। ਪਰ ਬੰਦੂਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ, ਇਕੱਠੀਆਂ ਇੱਕੋ ਵਾਰ ਫਾਇਰ ਕਰ ਦਿੱਤੇ ਔਰ ਕੁਝ ਜਿਹੜੇ ਗੋਲੀ ਹੈ ਉਹ ਨਿਸ਼ਾਨ ਨੇ ਸਿੰਘਾਂ ਨੂੰ ਲੱਗੇ ਨੇ ਆ ਕੇ। ਜਹਾਂ ਲੱਗਾ ਹੱਡ ਦੇਵੈ ਤੋੜ, ਜਿੱਥੇ ਵੀ ਆ ਕੇ ਗੋਲੀ ਵੱਜਦੀ ਹੈ ਉੱਥੇ ਜਿਹੜਾ ਹੱਡ ਹੈ ਸਿੰਘਾਂ ਦਾ ਹੱਡ ਹੀ ਤੋੜ ਦਿੰਦੀ ਹੈ ਆ ਕੇ। ਇੰਨੀ ਜ਼ੋਰਦਾਰ ਗੋਲੀ ਵੱਜਦੀ ਪਈ ਹੈ ਆ ਕੇ। ਸੋਟੇ ਲਾਵੈ ਹੱਥ ਦੈਂ ਫੋੜ, ਜਿਹੜੇ ਸਿੰਘ ਹੱਥਾਂ ਦੇ ਨਾਲ ਸੋਟੇ ਨੂੰ ਫੜੀ ਰੱਖੇ ਨੇ, ਸੱਜੇ ਹੱਥ ਦੇ ਨਾਲ ਉਹ ਡਾਂਗ ਨੂੰ ਚਲਾਉਂਦੇ ਪਏ ਨੇ ਸਿੰਘ। ਹੁਣ ਤੁਰਕਾਂ ਨੇ ਸੱਜੇ ਹੱਥ ਦਾ ਨਿਸ਼ਾਨਾ ਬੰਨ੍ਹਿਆ, ਹੱਥ ਲਹੂ ਲੁਹਾਣ ਕਰ ਦਿੱਤਾ ਕਿ ਇਹ ਜਿਹੜਾ ਸੋਟਾ ਹੈ ਆਪਣੇ ਸੱਜੇ ਹੱਥ ਵਿੱਚ ਨਾ ਫੜ ਲੈਣ। ਸਿੰਘਣ ਸੋਟਾ ਹੱਥ ਖੱਬੇ ਫੜੇ, ਸਿੰਘਾਂ ਦੇ ਕੋਲ ਜਿਹੜਾ ਸਲੋਤਰ ਸੀ ਪਹਿਲਾਂ ਸੱਜੇ ਹੱਥ ਵਿੱਚ ਹੈ। ਜਦ ਵੇਖਿਆ ਕਿ ਇਹਨਾਂ ਤੁਰਕਾਂ ਨੇ ਗੋਲੀਆਂ ਮਾਰ ਮਾਰ ਕੇ ਸੱਜੇ ਹੱਥ ਨੂੰ ਜ਼ਖਮੀ ਕਰ ਦਿੱਤਾ, ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ ਨੇ ਇਸ ਸਲੋਤਰ ਨੂੰ ਡੰਡੇ ਨੂੰ ਆਪਣੇ ਖੱਬੇ ਹੱਥ ਦੇ ਵਿੱਚ ਫੜ ਲਿਆ। ਮਾਰ ਬੰਦੂਕਨ ਲੰਗੜੇ ਕਰੇ, ਤੁਰਕ ਆਖਣ ਲੱਗੇ ਬੜੀਆਂ ਛਾਲਾਂ ਮਾਰਦੇ ਨੇ ਦੋਵੇਂ ਸਿੰਘ। ਲੱਤਾਂ ਦੇ ਉੱਪਰ ਨਿਸ਼ਾਨੇ ਬੰਨੋ, ਔਰ ਨਿਸ਼ਾਨੇ ਲੱਤਾਂ ਦੇ ਉੱਪਰ ਬੰਨੇ ਗਏ ਜਿਹੜੇ ਸਿੰਘ ਨੇ ਉਹ ਲੱਤਾਂ ਤੋਂ ਲੰਗੜੇ ਕਰ ਦਿੱਤੇ ਨੇ ਤਾਂ ਜੋ ਇਹ ਚੱਲ ਫਿਰ ਨਾ ਸਕਣ। ਜਬ ਸਿੰਘਣ ਕੀ ਟੰਗ ਦਈ ਤੋੜ, ਗੋਲੀਆਂ ਮਾਰ ਮਾਰ ਕੇ ਸਿੰਘਾਂ ਦੀ ਜਿਹੜੀ ਲੱਤ ਹੈ ਉਹ ਤੋੜ ਦਿੱਤੀ ਹੈ। ਕਹਿ ਸਿੰਘਨ ਅਬ ਮਿਲੋ ਹੱਥ ਜੋੜ, ਹੁਣ ਤੁਰਕਾਂ ਦਾ ਜਿਹੜਾ ਫੌਜਦਾਰ ਹੈ ਜਿਹਨੂੰ ਪਹਿਲਾਂ ਪਸੀਨਾ ਆ ਗਿਆ ਕਿ ਇਹਨਾਂ ਦੇ ਨਾਲ ਮੁਕਾਬਲਾ ਕਿੱਦਾਂ ਕਰਾਂਗੇ, ਪਹਿਲਾਂ ਤਾਂ ਇਹ ਆਖਣ ਲੱਗਾ ਸਾਡੇ ਨਾਲ ਕਚਹਿਰੀ ਚੱਲੋ ਜ਼ਕਰੀਆ ਖਾਨ ਦੀ, ਤੁਹਾਡੀ ਸੁਲ੍ਹਾ ਕਰਾ ਦਈਏ, ਗੱਲਬਾਤ ਕਰਾ ਦਈਏ, ਲੜਨ ਦੇ ਉੱਤੇ ਆਵੇ ਨਾ। ਜਦ ਇਹਨਾਂ ਦਾ ਮੁਕਾਬਲਾ ਹੋਇਆ ਇਹਨੂੰ ਪਸੀਨਾ ਆਇਆ ਕਿ ਸਿੰਘਾਂ ਦੇ ਨਾਲ ਮੈਂ ਮੁਕਾਬਲਾ ਨਹੀਂ ਕਰ ਸਕਦਾ। ਸਿੰਘ ਜਿਹੜੇ ਸੋਟਿਆਂ ਦੇ ਨਾਲ ਹੀ ਸਾਨੂੰ ਲੱਗ ਹੀ ਨਹੀਂ ਲੱਗਣ ਦਿੰਦੇ, ਪਰ ਜਦੋਂ ਬੰਦੂਕਾਂ ਦੇ ਫਾਇਰ ਕੀਤੇ ਗਏ ਸਿੰਘ ਜ਼ਖਮੀ ਹਾਲਤ ਦੇ ਵਿੱਚ ਹੋ ਗਏ। ਸੱਜੇ ਹੱਥ ਦੇ ਨਾਲ ਡਾਂਗ ਚਲਾਉਣੀ ਹੈ, ਉਹ ਸੱਜਾ ਹੱਥ ਵੀ ਜ਼ਖਮੀ ਹੈ। ਭੱਜ ਭੱਜ ਕੇ ਮੁਕਾਬਲਾ ਕਰਨ ਇਹਨਾਂ ਨੇ ਲੱਤਾਂ ਦੇ ਉੱਪਰ ਗੋਲੀਆਂ ਮਾਰ ਕੇ ਸਿੰਘ ਲੰਗੜੇ ਕਰ ਦਿੱਤੇ। ਹੁਣ ਤੁਰਿਆ ਨਹੀਂ ਜਾਂਦਾ। ਹੁਣ ਇਹਦੀ ਸਾਹ ਦੇ ਵਿੱਚ ਇਹਦੇ ਸਾਹ ਆਇਆ ਫੌਜਦਾਰ ਦੇ। ਹੁਣ ਇਹ ਤੁਰਕ ਸਿੰਘਾਂ ਨੂੰ ਆਖਣ ਲੱਗਾ ਕਹਿ ਸਿੰਘਨ ਅਬ ਮਿਲੋ ਹੱਥ ਜੋੜ। ਕਹਿੰਦਾ ਤੁਰਕ ਕਹਿਣ ਲੱਗਾ ਸੁਣੋ ਸਿੰਘੋ ਮੇਰੀ ਗੱਲ, ਹੁਣ ਮੇਰੇ ਸਾਹਮਣੇ ਹੱਥ ਜੋੜ ਕੇ ਮਿਲੋ ਔਰ ਕਹੋ ਸਾਨੂੰ ਮੁਆਫ ਕਰ ਦਿਓ। ਤੁਮਰੀ ਅਬ ਹਮ ਬਖਸ਼ੀ ਜਾਣ, ਜੇ ਤੁਸੀਂ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲਵੋਗੇ ਨਾ ਮੈਂ ਤੁਹਾਡੀ ਜਿਹੜੀ ਜਾਨ ਉਹ ਬਖਸ਼ ਦਿਆਂਗਾ, ਤੁਹਾਨੂੰ ਮਾਫ ਕਰ ਦੇਵਾਂਗਾ, ਤੁਹਾਨੂੰ ਮੈਂ ਜਾਨੋਂ ਨਹੀਂ ਮਾਰਾਂਗਾ। ਰੱਖਾਂ ਤੁਮੈ ਕਰ ਮੁਸਲਮਾਨ,
ਤੁਹਾਡਾ ਇਲਾਜ ਕਰਾਵਾਂਗਾ ਕਿਸੇ ਹਕੀਮ ਦੇ ਕੋਲੋਂ ਵਧੀਆ, ਤਾਂ ਜੋ ਤੁਹਾਡੀ ਜਾਨ ਬਚ ਜਾਵੇ। ਪਰ ਇੱਕ ਸ਼ਰਤ ਹੈ, ਜਿਹੜਾ ਇਹ ਤੁਹਾਡਾ ਸਿੱਖੀ ਸਰੂਪ ਹੈ, ਇਹਨੂੰ ਛੱਡ ਕਰਕੇ ਤੁਹਾਨੂੰ ਮੁਸਲਮਾਨ ਬਣਨਾ ਪਵੇਗਾ। ਮੁਸਲਮਾਨ ਬਣਾ ਕੇ ਰੱਖਾਂਗਾ, ਨਾਲ ਤੁਹਾਡੀ ਜਾਨ ਬਚ ਜਾਵੇਗੀ। ਜਦ ਇਸ ਤੁਰਕ ਨੇ ਅਜਿਹਾ ਬਚਨ ਕੀਤਾ ਸਿੰਘਾਂ ਨੂੰ, ਇਹ ਜੇ ਸਿੰਘਾਂ ਨੇ ਇਹ ਬਚਨ ਸੁਣੇ ਨੇ, ਇੰਨੇ ਖੋਟੇ ਬਚਨ ਸੁਣੇ ਇਸ ਫੌਜਦਾਰ ਦੇ ਮੂੰਹੋਂ, ਦੋਹਰਾ ਸਿੰਘ ਉੱਠੇ ਇੱਕ ਟੰਗ ਤਿਉ, ਇੱਕ ਟੰਗਣ ਕੀ ਤੋਰ। ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ ਜੀ ਦੋਵੇਂ ਫਿਰ ਜੋਸ਼ ਦੇ ਵਿੱਚ ਆ ਗਏ। ਇੱਕੋ ਲੱਤ ਉੱਪਰ ਖੜੇ ਹੋ ਗਏ ਨੇ। ਇੱਕ ਲੱਤ ਦੇ ਉੱਪਰ ਜਿਵੇਂ ਜਵਾਕ ਬਚਪਨ ਦੇ ਵਿੱਚ ਬੱਚੇ ਜਿਹੜੇ ਨੇ, ਉਹ ਇੱਕ ਲੱਤ ਉੱਪਰ ਚੱਕ ਕੇ ਖੇਡ ਕਰਦੇ ਨੇ, ਲੰਗੜੇ ਕਹਿੰਦੇ ਲੰਗੜੀ ਖੇਡਦੇ ਪਏ ਨੇ। ਉਸੇ ਤਰ੍ਹਾਂ ਇਹਨਾਂ ਦੋਹਾਂ ਸਿੰਘਾਂ ਨੇ ਆਪਣੀ ਜਿਹੜੀ ਲੱਤ, ਜ਼ਖਮੀ ਲੱਤ ਉੱਪਰ ਚੱਕੀ, ਔਰ ਜਿਹੜੀ ਖੱਬੀ ਲੱਤ ਹੈ, ਲੰਗੜੇ ਹੋ ਕਰਕੇ ਇੱਕ ਲੱਤ ਦੇ ਸਹਾਰੇ ਇਹ ਉੱਠ ਖੜੇ ਹੋਏ ਨੇ ਮੈਦਾਨ ਦੇ ਵਿੱਚ ਲੜਨ ਦੇ ਵਾਸਤੇ। ਖਾਇਆ ਵੱਤ ਕਰਨਾ ਕਰੈ, ਮਾਰ ਸੋਟਣ ਸਿਰ ਦਇਓ ਫੋਰ। ਜਿਹੜੇ ਅੱਗੇ ਵੱਧਦੇ ਹਨ ਤੁਰਕ, ਜਿਹੜੇ ਤੁਰਕ ਇਹ ਸੋਚ ਕੇ ਅੱਗੇ ਵਧੇ ਕਿ ਇਹ ਜਿਹੜੇ ਸਿੰਘ ਨੇ ਦੋਵੇਂ ਜ਼ਖਮੀ ਹੋ ਗਏ, ਹੁਣ ਇਹ ਮੁਕਾਬਲਾ ਨਹੀਂ ਕਰ ਸਕਦੇ ਲੜਨ ਦੇ ਵਾਸਤੇ। ਜਿਹੜਾ ਅਫਸਰ ਹੈ ਉਹ ਅੱਗੋਂ ਹੁਕਮ ਨਹੀਂ ਦਿੰਦਾ ਪਿਆ ਕਿ ਇਹਨਾਂ ਦੇ ਗੋਲੀਆਂ ਮਾਰਨ। ਉਹ ਆਖਦਾ ਪਿਆ ਕਿ ਹੁਣ ਗੋਲੀ ਚਲਾਉਣ ਦੀ ਲੋੜ ਨਹੀਂ, ਇਹ ਜ਼ਖਮੀ ਹੋ ਗਏ ਨੇ, ਇਹਨਾਂ ਕੋਲ ਤੁਰਿਆ ਫਿਰਿਆ ਨਹੀਂ ਜਾਣਾ, ਇਹ ਡਾਂਗ ਨਹੀਂ ਚਲਾ ਸਕਦੇ, ਇਸ ਕਰਕੇ ਇਹਨਾਂ ਦੋਹਾਂ ਨੂੰ ਫੜ ਕੇ ਲਿਆਓ, ਕੈਦ ਕਰਕੇ ਲਿਆਓ, ਇਹਨਾਂ ਨੂੰ ਢਾਹ ਲਓ ਜਾ ਕੇ। ਪਰ ਜਿਹੜੇ ਸਿੰਘ ਨੇ ਇੱਕ ਲੱਤ ਦੇ ਉੱਪਰ ਖੜੇ ਹੋ ਕੇ ਖੱਬੇ ਹੱਥ ਵਿੱਚ ਸੋਟਾ ਫੜ ਕੇ, ਉਹ ਫਿਰ ਇੰਨੀ ਜ਼ੋਰਦਾਰ ਖੱਬੇ ਹੱਥ ਨਾਲ ਉਹਨਾਂ ਨੇ ਸਲੋਤਰ ਡੰਡਾ ਚਲਾਇਆ। ਹਾਲਾਂਕਿ ਖੱਬੇ ਹੱਥ ਦੇ ਨਾਲ ਵਾਰ ਕਰਨਾ, ਕੰਮ ਕਰਨਾ ਬੜਾ ਔਖਾ ਹੋ ਜਾਂਦਾ ਹੈ। ਸੱਜਾ ਹੱਥ ਜ਼ਖਮੀ ਹੈ, ਲੱਤ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਨੇ, ਸਰੀਰ ਦੇ ਉੱਪਰ ਅਨੇਕਾਂ ਤੀਰਾਂ ਦੇ ਜ਼ਖਮ ਨੇ, ਫੱਟੜ ਹੋਏ ਨੇ, ਪਰ ਫਿਰ ਵੀ ਖੱਬੀ ਲੱਤ ਉੱਪਰ ਖੜੇ ਹੋ ਕਰਕੇ ਖੱਬੇ ਹੱਥ ਦੇ ਨਾਲ ਤੁਰਕਾਂ ਦੇ ਸਿਰ ਦੇ ਵਿੱਚ ਇੰਨੀ ਜ਼ੋਰਦਾਰ ਉਹ ਡੰਡਾ ਮਾਰਿਆ, ਉਹਨਾਂ ਦਾ ਜਿਹੜਾ ਸਿਰ ਉਹ ਭੰਨ ਦਿੱਤਾ। ਮੂੰਹ ਦੇ ਵਿੱਚੋਂ ਤੁਰਕਾਂ ਦੇ ਨਾਸਾਂ ਰਾਹੀਂ ਜਿਹੜਾ ਖੂਨ ਹੈ ਉਹ ਵਗ ਉੱਠਿਆ ਹੈ। ਉਹਨਾਂ ਦੇ ਖੂਨ ਦੇ ਜਿਹੜੇ ਪ੍ਰਣਾਲੇ ਨੇ ਤੁਰਕਾਂ ਦੇ ਸਿੰਘਾਂ ਨੇ ਆਪਣੇ ਖੱਬੇ ਹੱਥ ਦੇ ਨਾਲ ਹੀ ਖੋਲ੍ਹ ਦਿੱਤੇ ਨੇ। ਚੌਪਈ ਤੋ ਊਹਾਂ ਸਿੰਘ ਜਾ ਡਿੱਗ ਪਏ। ਤਾਂ ਜਿਹੜੇ ਸਿੰਘ ਨੇ ਤੁਰਕਾਂ ਦੇ ਸਿਰ ਭੰਨਦੇ ਪਏ, ਇੱਕ ਲੱਤ ਔਰ ਇੱਕ ਹੱਥ ਦੇ ਨਾਲ, ਉਸ ਮੈਦਾਨ ਦੇ ਵਿੱਚ ਸਿੰਘ ਜੀ ਜਿਹੜੇ ਉਹ ਡਿੱਗ ਪਏ ਨੇ। ਗੋਡਨ ਕੂਨ ਉੱਤੈ ਵੱਲ ਗਏ। ਜਿਹੜੇ ਤੁਰਕ ਫਿਰ ਪਿੱਛੇ ਨੂੰ ਭੱਜਣ ਲੱਗੇ ਨੇ। ਸਿੰਘ ਜ਼ਖਮੀ ਹੋ ਗਏ, ਗੋਡੇ ਔਰ ਕੂਹਣੀਆਂ ਦੇ ਉੱਪਰ ਜਿਹੜੇ ਸੱਟਾਂ ਜ਼ਿਆਦੀਆਂ ਆਈਆਂ ਔਰ ਹੇਠਾਂ ਨੂੰ ਡਿੱਗ ਪਏ ਨੇ। ਗੋਡੇ ਵੀ ਉੱਤੇ ਵੱਲ ਨੂੰ, ਕੂਹਣੀਆਂ ਜਿਹੜੀਆਂ ਉੱਤੇ ਵੱਲ ਨੂੰ ਉਹ ਮੁੜ ਗਈਆਂ ਨੇ। ਸਿੰਘ ਉਨਤੈ ਮੁੜੀ ਨਾ ਆਖ। ਪਰ ਜਿਹੜੇ ਸਿੰਘ ਨੇ ਇੰਨੀ ਜ਼ਖਮੀ ਗੰਭੀਰ ਹਾਲਤ ਦੇ ਵਿੱਚ ਵੀ ਉਹਨਾਂ ਤੁਰਕਾਂ ਤੋਂ ਅੱਖਾਂ ਨਹੀਂ ਮੋੜੀਆਂ। ਉਹ ਅਜੇ ਵੀ ਉਹਨਾਂ ਵੱਲ ਇਉਂ ਝਾਕਦੇ ਨੇ ਕਿ ਅਸੀਂ ਤੁਹਾਡੇ ਨਾਲ ਮੱਥਾ ਲਾਉਣਾ, ਸਾਡੀ ਹਜੇ ਜਿਹੜੀ ਜਾਨ ਹੈ ਉਹ ਹਜੇ ਨਹੀਂ ਗਈ। ਐਸੇ ਗਏ ਵੱਡੇ ਹਮ ਆਖ। ਭਾਈ ਰਤਨ ਸਿੰਘ ਜੀ ਆਖਦੇ, ਜਿਨ੍ਹਾਂ ਨੇ ਮੈਨੂੰ ਇਹ ਸਾਖੀ ਸੁਣਾਈ ਹੈ, ਜਿਹੜੇ ਮੇਰੇ ਵੱਡੇ ਵਡੇਰੇ ਨੇ, ਉਹ ਆਖਦੇ, ਉਹ ਦੱਸਦੇ ਪਏ ਸੀ, ਜਦ ਸਿੰਘਾਂ ਦੀ ਇੰਨੀ ਗੰਭੀਰ ਹਾਲਤ ਹੋ ਗਈ, ਤੁਰਕ ਸਾਹਮਣੇ ਖੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ, ਮਾਰਨ ਦੇ ਵਾਸਤੇ, ਪਰ ਇਹਨਾਂ ਦੋਹਾਂ ਸਿੰਘਾਂ ਨੇ ਆਪਣੀ ਇੱਕ ਅੱਖ ਵੀ ਨਹੀਂ ਝਮੱਕੀ। ਬੜੇ ਬੇਖੌਫ ਹੋ ਕੇ ਉਹਨਾਂ ਤੁਰਕਾਂ ਦੇ ਵੱਲ ਇਹ ਦੋਵੇਂ ਸਿੰਘ ਵੇਖਦੇ ਪਏ ਨੇ। ਦੋਹਰਾ ਅੱਖਾਂ ਤਾਂ ਸੋਈ ਮੋੜੇ, ਜਿਸ ਚਿੱਤ ਕਿਛ ਸੰਕਾਏ। ਅੱਖਾਂ ਤਾਂ ਉਹੀ ਮੋੜਦੇ ਨੇ ਜਿਹੜੇ ਅੰਦਰੋਂ ਕਾਣੇ ਹੋਣ, ਜਿਨ੍ਹਾਂ ਨੂੰ ਆਪਣੇ ਗੁਰੂ ਦੇ ਉੱਪਰ ਭਰੋਸਾ ਨਾ ਹੋਵੇ, ਜਿਨ੍ਹਾਂ ਦੇ ਅੰਦਰ ਸ਼ੰਕਾ ਆ ਜਾਵੇ, ਉਹ ਅੱਖਾਂ ਮੋੜਦੇ ਨੇ। ਪਰ ਇਹ ਜਿਹੜੇ ਦੋਵੇਂ ਸਿੰਘ ਨੇ ਗੁਰੂ ਦੇ ਆਸਰੇ ਉਹਨਾਂ ਤੁਰਕਾਂ ਦੇ ਨਾਲ ਇਹ ਮੁਕਾਬਲਾ ਕਰਨ ਦੇ ਵਾਸਤੇ ਗਏ ਸਨ।
ਇਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਜਿਹੜਾ ਡਰ ਭੈ ਨਹੀਂ ਸੀ। ਜਿਨ ਜੀਵਨ ਆਸਾ ਤਜੀ, ਨਹਿ ਮੈਂ ਆਖ ਚੁਰਾਏ। ਜਿਨ੍ਹਾਂ ਨੇ ਇਹ ਆਸ ਹੀ ਲਾ ਦਿੱਤੀ ਕਿ ਅਸੀਂ ਆਪਣਾ ਜਿਹੜਾ ਜੀਵਨ ਉਹ ਤਿਆਗ ਦੇਣਾ, ਅਸੀਂ ਤਾਂ ਮਰਨਾ ਹੀ ਹੈ। ਸਿੰਘ ਤਾਂ ਲੜੇ ਹੀ ਇਸੇ ਵਾਸਤੇ ਸਨ ਕਿ ਸ਼ਹੀਦੀ ਪ੍ਰਾਪਤ ਕਰ ਜਾਈਏ। ਤੁਰਕ ਤਾਂ ਚਾਹੁੰਦੇ ਸਨ ਸਗੋਂ ਗੱਲਾਂ ਬਾਤਾਂ ਦੇ ਵਿੱਚ ਇਹ ਮਾਮਲਾ ਸੁਲਝ ਜਾਵੇ, ਲੜਾਈ ਨਾ ਕਰਨੀ ਪਵੇ। ਸਿੰਘ ਚਾਹੁੰਦੇ ਸੀ ਕਿ ਨਹੀਂ, ਅਸੀਂ ਲੜਨਾ, ਇਹ ਦੱਸ ਦਈਏ ਸਰਕਾਰ ਨੂੰ ਕਿ ਜਿਹੜੇ ਸਿੰਘ ਅਜੇ ਜਿਉਂਦੇ ਨੇ, ਇਹ ਖਤਮ ਨਹੀਂ ਹੋਏ, ਤੁਹਾਡਾ ਭੁਲੇਖਾ ਦੂਰ ਕਰਨਾ। ਉਹ ਸਿਰ ਦੀ ਬਾਜੀ ਲਾਉਣ ਆਏ ਸਨ। ਜਿਨ ਜੀਵਨ ਆਸਾ ਤਜੀ, ਨਹਿ ਮਹਿ ਆਖ ਚੁਰਾਈ। ਸਿੰਘ ਆਪਣੇ ਜੀਵਨ ਨੂੰ ਤਿਆਗਣ ਦੇ ਵਾਸਤੇ ਹੀ ਆਏ ਹੋਏ ਸਨ। ਉਹਨਾਂ ਅੱਖਾਂ ਕਿਉਂ ਚਰਾਉਣੀਆਂ ਸੀ ਤੁਰਕਾਂ ਦੇ ਕੋਲੋਂ? ਉਹ ਅੱਖਾਂ ਕਿਉਂ ਮੋੜਦੇ? ਸਨਮੁਖ ਮੂਹਰੇ ਭਿੜਤ ਹੈ, ਆਖਣ ਆਖ ਮਿਲਾਏ। ਇਹ ਦੋਵੇਂ ਜਿਹੜੇ ਸੂਰਬੀਰ ਯੋਧੇ ਹੋਏ ਨੇ, ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ, ਇਹ ਲੜਾਈ ਦਾ ਢੰਗ ਦੱਸ ਕੇ ਗਏ ਨੇ ਕਿ ਜਦੋਂ ਵੀ ਇਹ ਸੂਰਬੀਰ ਦੋਵੇਂ ਯੋਧੇ ਮੈਦਾਨ ਦੇ ਵਿੱਚ ਨਿੱਤਰ ਆਉਣ, ਅੱਖਾਂ ਆਪਣੀਆਂ ਗੱਡ ਲੈਂਦੇ ਨੇ ਇੱਕ ਦੂਜੇ ਦੇ ਵਿੱਚ। ਤੁਰਕਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਲੜਦੇ ਨੇ। ਉਹ ਜਿਹੜੇ ਸੂਰਬੀਰ ਹੁੰਦੇ ਨੇ, ਜਿਹੜੇ ਯੋਧੇ ਹੁੰਦੇ ਨੇ ਆਪਸ ਦੇ ਵਿੱਚ, ਉਹ ਅੱਖ ਚਰਾ ਕੇ ਨਹੀਂ ਲੜਦੇ। ਸਾਹਮਣੇ ਵਾਲੇ ਨੂੰ ਅੱਖਾਂ ਦੇ ਨਾਲ ਹੀ ਇਹ ਡਰਾ ਦਿੰਦੇ ਨੇ। ਜਿਹੜੇ ਸੂਰਬੀਰ ਯੋਧੇ ਹੁੰਦੇ ਨੇ, ਉਹੀ ਕਾਰਨਾਮਾ ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ ਨੇ ਕੀਤਾ। ਇਹਨਾਂ ਦੀਆਂ ਭੱਖ ਦੀਆਂ ਅੱਖਾਂ ਤੋਂ ਜਿਹੜਾ ਤੁਰਕਾਂ ਨੂੰ ਉਹ ਡਰ ਲੱਗਦਾ ਪਿਆ ਸੀ। ਲਾਲੀ ਮੁਖ ਪੁੰਜ ਫਰਕ ਹੈ, ਮੁਖ ਤਲਵਾਰਾਂ ਖਾਏ। ਉਹਨਾਂ ਦੇ ਮੂੰਹ ਦੇ ਉੱਪਰੋਂ ਲਾਲੀਆਂ ਭਖਦੀਆਂ ਪਈਆਂ ਨੇ। ਅੱਖਾਂ ਵੀ ਜਿਹੜੇ ਨੇਤਰ ਸੂਏ ਲਾਲ ਹੋਏ ਪਏ ਨੇ, ਮੁਖ ਦੇ ਉੱਪਰ ਲਾਲੀ ਝਮਕਦੀ ਪਈ ਹੈ। ਪੁੰਜ ਫਰਕ ਹੈ, ਜਿਹੜੇ ਉਹਨਾਂ ਦੇ ਡੋਲੇ ਨੇ ਉਹ ਫਰਕਦੇ ਪਏ ਨੇ। ਬੜੇ ਬਹਾਦਰ ਯੋਧੇ ਹੋਏ ਨੇ। ਔਰ ਤੁਰਕਾਂ ਦੇ ਸਨਮੁਖ ਹੋ ਕੇ ਇਹ ਦੋਵੇਂ ਸਿੰਘ, ਇਹ ਇੱਧਰ ਦੋ ਨੇ, ਸਾਹਮਣੇ ਫੌਜ ਦੀ ਗਿਣਤੀ ਭਾਰੀ ਹੈ, ਫਿਰ ਵੀ ਮੂੰਹ ਦੇ ਉੱਪਰ ਤਲਵਾਰਾਂ ਖਾਂਦੇ ਨੇ। ਜਿਹੜੇ ਤਲਵਾਰਾਂ ਦੇ ਵਾਰ ਨੇ ਆਪਣੇ ਮੁੱਖ ਦੇ ਉੱਪਰ ਝੱਲਦੇ ਪਏ ਨੇ। ਚੌਪਈ ਟੂਕ ਟੂਕ ਸੋ ਤੁਰਕਨ ਕਰੇ। ਤੁਰਕਾਂ ਦੀ ਜਿਹੜੀ ਗਿਣਤੀ ਹੈ ਬਹੁਤ ਭਾਰੀ ਸੀ। ਇਹਨਾਂ ਤੁਰਕਾਂ ਨੇ ਸਿੰਘਾਂ ਨੂੰ ਘੇਰ ਲਿਆ। ਜਦ ਸਿੰਘ ਫੱਟੜ ਹੋ ਗਏ, ਡਿੱਗ ਪਏ, ਤੇ ਜਿਹੜੇ ਤੁਰਕ ਨੇ ਆਖਣ ਲੱਗੇ ਕਿ ਇਹਨਾਂ ਸਿੰਘਾਂ ਦੇ ਜਿਹੜੇ ਨਿੱਕੇ ਨਿੱਕੇ ਟੋਟੇ ਕਰ ਦਿਓ, ਇਹਨਾਂ ਦੇ ਸਰੀਰ ਦੇ ਨਿੱਕੇ ਨਿੱਕੇ ਟੋਟੇ ਕਰ ਦਿਓ। ਮੱਧ ਸਿੰਘ ਫੇਰ ਨਾ ਹੋਵੇ ਖਰੇ। ਤੁਰਕਾਂ ਨੂੰ ਇਹ ਡਰ ਲੱਗ ਪਿਆ, ਜੇ ਹੁਣ ਨਾ ਖਤਮ ਕੀਤੇ, ਇੰਨੇ ਵਾਰ ਇੰਨੀਆਂ ਸੱਟਾਂ ਝੱਲਣ ਤੋਂ ਬਾਅਦ ਇਹ ਫਿਰ ਖੜੇ ਹੋਏ ਨੇ ਲੜਨ ਦੇ ਵਾਸਤੇ। ਮਤਲਬ ਕਿਤੇ ਜੇ ਹੁਣ ਛੱਡ ਦਈਏ, ਸਾਡੇ ਮਗਰ ਇਹ ਫਿਰ ਖੜੇ ਹੋ ਕੇ ਸਾਨੂੰ ਮਾਰਨ ਦੇ ਵਾਸਤੇ ਤੁਰ ਪੈਣ। ਅੱਖ ਲੱਗੀ ਇਹਨਾਂ ਨੂੰ ਮਾਰ ਦਿਓ ਨਿੱਕੇ ਨਿੱਕੇ ਟੁਕੜੇ ਕਰਕੇ। ਇਸ ਬਿੱਦ ਸਿੰਘ ਨੂੰ ਸ਼ਹੀਦੀ ਪਾਈ। ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਇਸ ਤਰ੍ਹਾਂ ਇਹਨਾਂ ਮਹਾਨ ਯੋਧਿਆਂ ਨੇ ਇਹ ਦੱਸਣ ਦੇ ਵਾਸਤੇ ਕਿ ਸਿੰਘ ਅਜੇ ਜਿਉਂਦੇ ਨੇ, ਖਾਲਸਾ ਅਜੇ ਮਰਿਆ ਨਹੀਂ। ਲੋਕਾਂ ਨੂੰ ਭੁਲੇਖਾ ਪੈ ਗਿਆ। ਬੇਸ਼ੱਕ ਕੀ ਗੱਲ ਹੋਈ ਕਿ ਜੇ 4 ਮਹੀਨੇ ਤੋਂ ਸਿੰਘ ਦਿਖੇ ਨਹੀਂ, ਪਰ ਇਹ ਭੁਲੇਖਾ ਦੂਰ ਕਰਨ ਦੇ ਵਾਸਤੇ ਸਿੰਘਾਂ ਨੇ ਅੱਜ ਸ਼ਹਾਦਤ ਪ੍ਰਾਪਤ ਕੀਤੀ ਹੈ। ਇਸ ਬਿੱਦ ਸਿੰਘ ਨੇ ਸ਼ਹੀਦੀ ਪਾਈ। ਇਸ ਤਰ੍ਹਾਂ ਇਹਨਾਂ ਮਹਾਨ ਯੋਧਿਆਂ ਸੂਰਬੀਰਾਂ ਨੇ ਲੜਦਿਆਂ ਹੋਇਆ ਜਿਹੜੀ ਆਪਣੀ ਸ਼ਹਾਦਤ ਪਾਈ ਹੈ। ਧੰਨ ਮਾਤਾ ਧੰਨ ਪਿਤਾ ਉਸ ਭਾਈ। ਧੰਨ ਉਹਨਾਂ ਦੇ ਮਾਤਾ ਪਿਤਾ ਹਨ ਜਿਨ੍ਹਾਂ ਨੇ ਐਸੇ ਸਿੰਘਾਂ ਸੂਰਮਿਆਂ ਨੂੰ ਜਨਮ ਦਿੱਤਾ। ਧੰਨ ਉਹਨਾਂ ਦੇ ਭਰਾ ਹਨ ਜਾਇਰ ਲੈ ਵੈ ਸ਼ਹੀਦਨ ਡੇਰੇ। ਇਹ ਦੋਵੇਂ ਸਿੰਘ ਜਿਹੜੇ ਇਹ ਲਾਲਸਾ ਕਰਕੇ ਤੁਰਕਾਂ ਦੇ ਨਾਲ ਲੜੇ, ਅਸੀਂ ਸ਼ਹਾਦਤ ਪ੍ਰਾਪਤ ਕਰਨੀ ਹੈ। ਇਹ ਦੋਵੇਂ ਸਿੰਘ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਾ ਕਰਕੇ ਇਹ ਦੋਵੇਂ ਸਿੰਘ ਜਿਹੜੇ ਸ਼ਹੀਦ ਸਿੰਘ ਨੇ, ਉਹਨਾਂ ਸ਼ਹੀਦ ਸਿੰਘ ਜਿਹੜੇ ਇੱਥੋਂ ਉਹਨਾਂ ਦੇ ਡੇਰੇ ਜਾ ਰਲੇ ਨੇ, ਜਿੱਥੇ ਸ਼ਹੀਦ ਸਿੰਘਾਂ ਦਾ ਨਿਵਾਸ ਹੈ, ਉੱਥੇ ਪਹੁੰਚ ਗਏ ਦੋਵੇਂ ਸਿੰਘ। ਪੀਰ ਪਿਕੰਬਰ ਫੜ ਜਿਨ ਘੇਰੇ। ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਪੀਰ ਪੈਗੰਬਰ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਜਿਹੜੇ ਸ਼ਹੀਦ ਸਿੰਘ ਨੇ, ਇਹ ਜਿਹੜੇ ਪੀਰ ਪੈਗੰਬਰ ਨੇ,
ਸ਼ਹੀਦ ਸਿੰਘਾਂ ਨੇ ਇਹਨਾਂ ਨੂੰ ਫੜਿਆ ਹੋਇਆ ਹੈ। ਭਾਈ ਰਤਨ ਸਿੰਘ ਜੀ ਆਖਦੇ ਪਏ ਨੇ, ਜਿਹੜੇ ਪੀਰ ਪੈਗੰਬਰ ਨੇ, ਮੌਲਵੀ ਆਪਣੇ ਆਪ ਨੂੰ ਕਹਾਉਂਦੇ ਕਿ ਸਾਡੇ ਵਰਗਾ ਸੰਸਾਰ ਦੇ ਵਿੱਚ ਕੋਈ ਨਹੀਂ, ਸ਼ਹੀਦ ਸਿੰਘਾਂ ਦੇ ਅੱਗੇ ਉਹਨਾਂ ਦੀ ਇੱਕ ਵੀ ਨਹੀਂ ਚੱਲਦੀ। ਸ਼ਹੀਦੀ ਬੜੀ ਬੋਤਾ ਸਿੰਘ ਲਈ, ਭਾਈ ਬੋਤਾ ਸਿੰਘ ਜੀ ਨੇ ਬੜੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਹੈ। ਪੰਥ ਵਿੱਚ ਆਪਣਾ ਨਾਮ ਕਰਕੇ ਗਏ ਨੇ। ਰਤਨ ਸਿੰਘ ਸੁਨ ਸੋਈ ਕਹੀ, ਭਾਈ ਰਤਨ ਸਿੰਘ ਜੀ ਆਖਣ ਲੱਗੇ ਕਿ ਜਿਵੇਂ ਮੈਂ ਆਪਣੇ ਬਜ਼ੁਰਗਾਂ ਤੋਂ ਇਹ ਸਾਰੀ ਘਟਨਾ, ਇਹ ਸਾਖੀ ਸੁਣੀ ਹੈ ਇਹਨਾਂ ਮਹਾਨ ਯੋਧਿਆਂ ਦੇ ਬਾਰੇ, ਉਸੇ ਤਰ੍ਹਾਂ ਇਹ ਸਾਖੀ ਮੈਂ ਲਿਖ ਦਿੱਤੀ ਹੈ। ਇਹ ਜਿਹੜੀ ਸ਼ਹੀਦੀ ਹੈ, ਕਿਵੇਂ ਭਾਈ ਬੋਤਾ ਸਿੰਘ ਜੀ ਇਹ ਦੱਸਣ ਦੇ ਵਾਸਤੇ ਸ਼ਹਾਦਤ ਪ੍ਰਾਪਤ ਕਰਕੇ ਚਲੇ ਗਏ, ਤੁਰਕਾਂ ਦੇ ਨਾਲ ਮੱਥਾ ਲਾ ਗਏ ਕਿ ਜਿਹੜਾ ਸਿੰਘ ਉਹ ਇਕੱਲਾ ਹੀ ਮਾਣ ਨਹੀਂ ਹੁੰਦਾ। ਜਿਵੇਂ ਮੈਂ ਆਪਣੇ ਵੱਡੇ ਵਡੇਰਿਆਂ ਤੋਂ ਸੁਣੀ, ਉਸੇ ਤਰ੍ਹਾਂ ਤੁਹਾਨੂੰ ਅੱਗੇ ਮੈਂ ਸੁਣਾ ਕੇ ਇਹ ਲਿਖ ਦਿੱਤੀ ਹੈ। ਅੱਜ ਦੇ ਪ੍ਰਸੰਗ ਦੇ ਵਿੱਚ ਭਾਈ ਬੋਤਾ ਸਿੰਘ ਜੀ ਦੇ ਜੀਵਨ ਦੇ ਬਾਰੇ ਸ਼ਰਵਣ ਕੀਤਾ। ਕੱਲ੍ਹ ਦੇ ਜੋ ਦੀਵਾਨ ਲੱਗਣੇ, ਕੱਲ੍ਹ ਦਾ ਜੋ ਪ੍ਰਸੰਗ ਆਉਣਾ, ਬੜੇ ਮਹਾਨ ਯੋਧੇ ਹੋਏ ਨੇ। ਭਾਈ ਸੁੱਖਾ ਸਿੰਘ ਜੀ, ਜਿਹੜੇ ਭਾਈ ਮਹਿਤਾਬ ਸਿੰਘ ਜੀ ਦੇ ਨਾਲ ਰਹਿੰਦਿਆਂ ਹੋਇਆਂ ਉਸ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਲੈ ਕਰਕੇ ਆਏ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜਿਨ੍ਹਾਂ ਨੇ ਬਦਲਾ ਲਿਆ ਹੈ। ਭਾਈ ਸੁੱਖਾ ਸਿੰਘ ਜੀ ਬਾਰੇ ਦੱਸਦੇ ਨੇ ਕਿ ਜਿਸ ਪਾਸੇ ਵੀ ਇਹਨਾਂ ਚੜ੍ਹਾਈ ਕੀਤੀ ਹੈ, ਕਿਤੇ ਵੀ ਹਮਲਾਵਰ ਹੋ ਕੇ ਗਏ ਨੇ ਤੁਰਕਾਂ ਦਾ ਮੁਕਾਬਲਾ ਕਰਨ ਦੇ ਵਾਸਤੇ, ਕਦੇ ਵੀ ਖਾਲੀ ਹੱਥ ਨਹੀਂ ਮੁੜੇ, ਹਮੇਸ਼ਾ ਜਿੱਤ ਹੀ ਪ੍ਰਾਪਤ ਕਰਕੇ ਆਏ ਨੇ। ਕੋਈ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਅੱਜ ਤੱਕ। ਬੜੇ ਬਹਾਦਰ ਯੋਧੇ ਨੇ। ਐਸੇ ਸੂਰਬੀਰ ਯੋਧਿਆਂ ਦੇ ਬਾਰੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਅਖੀਰਲੀਆਂ ਪੰਗਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸ਼ਹੀਦੀ ਬੜੀ ਬੋਤਾ ਸਿੰਘ ਲਈ, ਰਤਨ ਸਿੰਘ ਸੁਨ ਸੋਈ ਕਹੀ। हे अच्युत हे पार ब्रह्म, अविनाशी अविनाश, हे पूरन हे सर्ब मैं, दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाका सदा विवेक। हे अपरंपर हर हरे, है पी होवन हार। हे संता कै सदा संग, निधारा आधार। हे ठाकुर हाँ दासरो, मैं निर्गुण गुण नहीं कोय। नानक दीजै नाम दान, राखो हिया परोए। नानक दीजै नाम दान, राखो हिया परोए। सगल द्वार को छाड़ कै, गह्यो तुहारो द्वार। बाहे गहे की लाज अस, गोबिंद दास तुहार। बाहे गहे की लाज अस, गोबिंद दास तुहार। वाहिगुरु जी का खालसा, वाहिगुरु जी की फतेह।